ਜਨਾਬ ਅੱਜ ਪਾਕਿਸਤਾਨ ਦਾ ਮੈਚ ਹੈ ਕੈਨੇਡਾ ਦੇ ਨਾਲ ਤੇ ਸਾਡੇ ਨਾਲ ਅਬਦੁਲਸਤਾਰ ਹਾਸ਼ਮੀ ਸਾਹਿਬ ਨੇ। ਕੈਨੇਡਾ ਦੇ ਮੈਚ ਦੇ ਉੱਤੇ ਵੀ ਗੱਲ ਕਰਾਂਗੇ ਔਰ ਦੇਖਾਂਗੇ ਕਿ ਪਾਕਿਸਤਾਨ ਦੇ ਇਮਕਾਨਾਤ ਕਿੰਨੇ ਬਾਕੀ ਨੇ ਇਸ ਟੂਰਨਾਮੈਂਟ ਦੇ ਵਿੱਚ ਰਹਿਣ ਦੇ। ਫਿਰ ਮੋਹਸਨ ਨਕਵੀ ਸਾਹਿਬ ਨੇ ਕਿਹਾ ਕਿ ਅਸੀਂ ਵੱਡੀ ਸਾਰੀ ਸਰਜਰੀ ਕਰਾਂਗੇ ਟੀਮ ਦੀ। ਉਹ ਪਤਾ ਨਹੀਂ ਹੁਣ ਪਲੇਅਰਾਂ ਦੇ ਨਾਲ ਸਰਜਰੀ ਹੁੰਦੀ ਹੈ ਜਾਂ ਮੈਨੇਜਮੈਂਟ ਦੀ ਸਤ੍ਹਾ ਤੇ ਹੁੰਦੀ ਹੈ ਜਾਂ ਪਾਕਿਸਤਾਨ ਦੇ ਡੋਮੈਸਟਿਕ ਢਾਂਚੇ ਦੇ ਉੱਤੇ ਹੁੰਦੀ ਹੈ, ਉਹਦੀ ਕੀ ਸ਼ਕਲ ਹੁੰਦੀ ਹੈ। ਫਿਰ ਕੁਝ ਅਸੀਂ ਇਹ ਵੀ ਗੱਲਾਂ ਕਰਾਂਗੇ ਕਿ ਜਿਹੜੇ ਕੋਚ ਨੇ ਪਾਕਿਸਤਾਨ ਟੀਮ ਦੇ ਗੈਰੀ ਕ੍ਰਿਸਟਨ, ਉਹਨਾਂ ਨੇ ਅੱਗੇ ਕੋਚਿੰਗ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਤੇ ਇਹ ਪਹਿਲੀ ਵਾਰ ਹੋਇਆ ਵੇ ਜਾਂ ਇਸ ਤੋਂ ਪਹਿਲੇ ਵੀ ਇਹੋ ਜਿਹੀਆਂ ਕੋਈ ਮਿਸਾਲਾਂ ਹੈਗੀਆਂ ਪਾਕਿਸਤਾਨ ਦੇ ਕ੍ਰਿਕਟ ਦੇ ਹਵਾਲੇ ਨਾਲ? ਤੇ ਇਹਦੇ ਨਾਲ ਗੱਲ ਕਰਨੇ ਅੱਜ ਸਾਡੇ ਨਾਲ ਫਿਰ ਅਬਦੁਲਸਤਾਰ ਹਾਸ਼ਮੀ ਸਾਹਿਬ, ਨਾਮਵਰ ਇਸ ਮੁਲਕ ਦੇ ਜੇ ਸਪੋਰਟਸ ਜਰਨਲਿਸਟ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਉਹਨਾਂ ਕੋਲੋਂ ਪੁੱਛਾਂਗੇ। ਜੀ ਹਾਸ਼ਮੀ ਸਾਹਿਬ। ਜੀ ਸਰ, ਤੁਸੀਂ ਆਪਣੇ ਐਂਟਰ 'ਚ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਖੜੀਆਂ ਕਰ ਦਿੱਤੀਆਂ ਨੇ। ਪਹਿਲੀ ਬਾਤ ਜਿਹੜੀ ਪਾਕਿਸਤਾਨ ਕੈਨੇਡਾ ਦੇ ਮੈਚ ਦੀ ਹੈ ਨਾ, ਤੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੈਨੇਡਾ ਆਇਰਲੈਂਡ ਕੋ ਜਿੱਤਿਆ ਹੈ 2 ਪੁਆਇੰਟ ਨਾਲ, ਸਾਡੇ ਤੋਂ ਅੱਗੇ ਹੈ। ਔਰ ਅੱਜ ਅਗਰ ਪਾਕਿਸਤਾਨ ਜਿਹੜਾ ਨਾ ਉਹਨਾਂ ਵਾਸਤੇ ਡੂ ਐਂਡ ਡਾਈ ਦਾ ਮੈਚ ਹੈ, ਜਿੱਤ ਜਾਣਗੇ ਤੇ ਫਿਰ ਅੱਗੇ ਆਇਰਲੈਂਡ ਦੀ ਮੰਜ਼ਿਲ ਆਏਗੀ, ਉਹ ਵੀ ਜਿੱਤ ਜਾਣਗੇ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਮੰਜ਼ਿਲ ਆਏਗੀ ਕਿ ਜੀ ਜਿਹੜਾ ਅਮਰੀਕਾ ਹੈ ਨਾ ਉਹ 2 ਮੈਚ ਹਾਰੇ। ਫਿਰ ਉਸ ਤੋਂ ਅੱਗੇ ਇੱਕ ਹੋਰ ਮੰਜ਼ਿਲ ਵੀ ਹੈਗੀ ਹੈ ਕਿ ਉਹਨਾਂ ਦਾ ਰਨ ਰੇਟ ਜਿਹੜਾ ਨਾ ਪਾਕਿਸਤਾਨ ਦਾ ਉਹਨਾਂ ਨਾਲੋਂ ਜ਼ਿਆਦਾ ਹੋਵੇ, ਯਾਨੀ ਕਿ ਪਾਕਿਸਤਾਨ 2 ਮੈਚ ਜਿੱਤੇਗਾ ਹਾਈ ਰਨ ਰੇਟ ਦੀ ਵਜ੍ਹਾ ਤੋਂ ਜਿੱਤੇਗਾ ਤੇ ਫਿਰ ਹੀ ਉਹ ਅੱਗੇ ਵੱਧ ਸਕੇਗਾ। ਇੱਕ ਚੀਜ਼ ਤੇ ਇਹ ਹੈ। ਦੂਸਰੀ ਚੀਜ਼ ਜਿਹੜੀ ਤੁਸੀਂ ਤਬਦੀਲੀ ਦੀ ਗੱਲ ਕੀਤੀ ਨਾ, ਇਹ ਜ਼ਰਾ ਗੱਲ ਥੋੜੀ ਜਿਹੀ ਲੰਬੀ ਹੈ। ਟੀਮ ਕ੍ਰਿਕਟ ਜਿਹੜੀ ਹੈ ਨਾ, ਉਹ ਜਦੋਂ ਵੀ ਮੁਸ਼ਕਲਾਂ ਦਾ ਸ਼ਿਕਾਰ ਹੁੰਦੀ ਹੈ ਨਾ, ਸਭ ਤੋਂ ਪਹਿਲੇ ਅਸੀਂ ਤਬਦੀਲੀਆਂ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ। ਲੇਕਿਨ ਉਹ ਤਬਦੀਲੀ ਜਿਹੜੀ ਹੈ ਨਾ ਉਤਲੀ ਸਤ੍ਹਾ ਤੇ ਹੋ ਜਾਂਦੀ ਹੈ, ਜਿਹੜੀ ਉਹਦਾ ਜਿਹੜਾ ਅਸਲ ਪਿਛਲਾ ਹਿੱਸਾ ਹੁੰਦਾ ਹੈ ਉੱਥੇ ਅਸੀਂ ਬਿਲਕੁਲ ਵੀ ਡੰਡੀ ਮਾਰ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਜਿਹੜੀ ਕੈਪਟਨ ਦੀ ਸਤ੍ਹਾ ਦੇ ਉੱਤੇ ਤਬਦੀਲੀ ਨੂੰ ਟੀਮ ਦੀ ਔਰ ਕੈਪਟਨ ਦੀ ਸਤ੍ਹਾ ਤੱਕ ਹੋ ਜਾਂਦੀ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਮੈਂ ਗੱਲ ਅੱਗੇ ਕਿਸੇ ਨੇ ਕੀਤੀ ਵੀ ਹੈ ਔਰ ਇਹ ਗੱਲ ਕਰਕੇ ਫਿਰ ਉਹ ਕਹਿੰਦੇ ਨੇ ਜੀ ਤੁਸੀਂ ਤਾਸਬ ਵੱਲ ਆ ਗਏ ਜੇ। ਗੱਲ ਤਾਸਬ ਦੀ ਨਹੀਂ ਹੈਗੀ, ਗੱਲ ਟੈਲੈਂਟ ਦੀ ਹੈਗੀ ਹੈ, ਗੱਲ ਪੋਟੈਂਸ਼ੀਅਲ ਦੀ ਹੈਗੀ ਹੈ ਕਿ ਪੂਰੇ ਪਾਕਿਸਤਾਨ 'ਚ ਤੁਸੀਂ ਟੈਲੈਂਟ ਹੰਟ ਜਿਹੜਾ ਨਾ ਕੈਂਪ ਲਾਵੋ, ਤੁਹਾਨੂੰ ਲੜਕੇ ਮਿਲਣਗੇ, ਤੁਹਾਡੀ ਟੀਮ ਬਣ ਜਾਏਗੀ। ਤੁਸੀਂ ਜਦੋਂ ਸਿੰਧ ਦੀ ਟੀਮ ਬਣਾਉਂਦੇ ਜੇ ਉਹਦੇ 'ਚ 8 ਪਠਾਨ ਪਾ ਦਿੰਦੇ ਜੇ। ਤੁਸੀਂ KP ਦੀ ਤਾਂ ਟੀਮ ਹੀ ਪਠਾਨਾਂ ਤੇ ਹੁੰਦੀ ਹੈ ਨਾ, ਤੇ ਪਾਕਿਸਤਾਨ ਦੀ ਕੌਮੀ ਟੀਮ 'ਚ ਵੀ 8 ਪਠਾਨ ਖੇਡ ਰਹੇ ਨੇ। ਇਹ ਜਿਹੜਾ ਕ੍ਰਿਕਟ ਦਾ ਇਰਤਕਾਜ਼ KP 'ਚ ਚਲਾ ਗਿਆ ਨਾ, ਉਹਦੀ ਵਜ੍ਹਾ ਤੋਂ ਵੀ ਬੜਾ ਵੱਡਾ ਮਸਲਾ ਆਇਆ ਹੈ। ਪਾਕਿਸਤਾਨ ਦੀ ਟੀਮ ਹੋਣੀ ਚਾਹੀਦੀ, ਕਿਸੇ ਇੱਕ ਰੀਜਨ ਦੀ ਟੀਮ ਨਹੀਂ ਹੋਣੀ ਚਾਹੀਦੀ। ਦੂਸਰੀ ਗੱਲ ਇਹ ਕਿ ਅਗਰ ਤੁਸੀਂ ਆਪਣੇ ਡੋਮੈਸਟਿਕ ਕ੍ਰਿਕਟ ਨੂੰ ਬਿਹਤਰ ਕਰਨਾ ਚਾਹੁੰਦੇ ਜੇ ਨਾ, ਉਹਦੇ ਵਾਸਤੇ ਡਿਪਾਰਟਮੈਂਟਲ ਕ੍ਰਿਕਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਡਿਪਾਰਟਮੈਂਟਲ ਕ੍ਰਿਕਟ, ਤੁਹਾਨੂੰ ਯਾਦ ਹੋਏਗਾ ਕਿ ਭੁੱਟੋ ਸਾਹਿਬ ਨੇ ਜਦੋਂ ਆਪਣੇ ਖੇਲਾਂ ਦੀ ਪਾਲਿਸੀ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਹਰ ਡਿਪਾਰਟਮੈਂਟ ਜਿਹੜਾ ਕਮ ਅਜ਼ ਕਮ ਇੱਕ ਖਿਲਾੜੀ 22ਵੇਂ ਗ੍ਰੇਡ ਤੇ ਜ਼ਰੂਰ ਰੱਖੇ। ਇਹ ਉਹ ਮੋਟੀਵੇਸ਼ਨ ਸੀ ਜਿਹੜੀ ਉਹਨਾਂ ਨੇ ਦਿੱਤੀ, ਜਿਹਦੀ ਵਜ੍ਹਾ ਤੋਂ ਬਚਪਨ 'ਚ ਵੇਖਿਆ PIA ਦੀ ਟੀਮ ਸੀ, ਰੇਲਵੇ ਦੀ ਟੀਮ ਸੀ, ਬੈਂਕਾਂ ਦੀ ਜਿਮਖਾਨਾ ਸੀ, ਲਾਹੌਰ ਜਿਮਖਾਨਾ ਦੀ ਟੀਮ ਸੀ। ਤੇ ਉਹ ਉਸ ਤੋਂ ਬਾਅਦ ਦੂਸਰੀ ਟੀਮ ਗੱਲ ਜਿਹੜੀ ਹੈ ਨਾ ਕਿ ਅੱਜ ਕੱਲ ਲੋਕਾਂ ਨੂੰ ਜਾਂ ਖਿਲਾੜੀਆਂ ਨੂੰ ਇੰਨਾ ਫਿਕਰ ਨਹੀਂ ਹੁੰਦਾ ਕਿ ਅਸੀਂ ਪਾਕਿਸਤਾਨ ਖੇਲਣਾ, ਉਹ ਲੀਗ ਖੇਲਣਾ ਚਾਹੁੰਦੇ ਨੇ। ਮਤਲਬ ਇੱਕ ਲੀਗ ਖੇਲਣ ਨੂੰ ਇੰਨਾ ਪੈਸਾ ਮਿਲ ਜਾਂਦਾ ਕਿ ਪਾਕਿਸਤਾਨ ਕਈ ਸਾਲ ਖੇਲ ਕੇ ਵੀ ਨਹੀਂ ਕਮਾ ਸਕਦੇ। ਅੱਛਾ, ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਲੀਗ ਤੇ ਪਾਬੰਦੀ ਲਗਾਤੀ ਹੈ ਕਿ ਇੱਕ ਖਿਲਾੜੀ 2 ਲੀਗ ਖੇਲ ਸਕਦਾ ਹੈ। ਮੈਂ ਕਹਿੰਦਾ ਕਿ ਤੁਸੀਂ ਉਹਦੇ ਵਿੱਚ ਇੱਕ ਹੋਰ ਅਮੈਂਡਮੈਂਟ ਕਰੋ ਕਿ ਇੱਕ ਖਿਲਾੜੀ ਨੂੰ ਤੁਸੀਂ ਉਦੋਂ NOC ਦੇਵੋ ਜਦੋਂ ਉਹ 5 ਡੋਮੈਸਟਿਕ ਮੈਚ ਖੇਲੇ। ਠੀਕ ਹੈ। ਕਮ ਅਜ਼ ਕਮ 5 ਮੈਚ ਡੋਮੈਸਟਿਕ ਦੇ ਖੇਲੇ ਤੇ ਫਿਰ ਉਹਨੂੰ ਲੀਗ ਦੀ ਇੱਕ ਇਜਾਜ਼ਤ ਦਿਓ। ਔਰ ਅਗਰ ਇੱਕ ਖਿਲਾੜੀ 10 ਡੋਮੈਸਟਿਕ ਖੇਲੇਗਾ ਤੇ ਉਹਨੂੰ 2 ਲੀਗ ਦੀ ਇਜਾਜ਼ਤ ਮਿਲ ਜਾਏਗੀ। ਕੋਈ 15 ਖੇਲੇਗਾ ਤਾਂ ਉਹਨੂੰ 3 ਦੀ ਮਿਲ ਜਾਏਗੀ। ਇਹਦੇ ਨਾਲ ਜਿਹੜਾ ਹੈਗਾ ਕਿ ਡੋਮੈਸਟਿਕ ਕ੍ਰਿਕਟ ਜੀ ਹੈ ਨਾ, ਉਹਦੇ 'ਚ ਖਿਲਾੜੀਆਂ ਦੀ ਵਾਪਸੀ ਆਏਗੀ ਔਰ ਡੋਮੈਸਟਿਕ ਕ੍ਰਿਕਟ ਤੋਂ ਹੀ ਤੁਸੀਂ ਅੱਗੇ ਵੱਧ ਸਕੋਗੇ। ਬਾਕੀ ਜਿਹੜਾ ਤੁਸੀਂ ਚੇਅਰਮੈਨ ਦੀ ਗੱਲ ਕਰਦੇ ਜੇ ਨਾ ਕਿ ਚੇਅਰਮੈਨ ਬਦਲ ਦਿਓ, ਫਲਾਂ ਕਰ ਦਿਓ, ਚੇਅਰਮੈਨ ਦਾ ਜਿਹੜਾ ਅਹੁਦਾ ਹੈ ਨਾ, ਉਹ ਇੰਤਜ਼ਾਮੀ ਅਹੁਦਾ ਹੈ। ਉਹਨੇ ਸਿਰਫ ਮੈਨੇਜਮੈਂਟ ਦੇਖਣੀ ਹੈ, ਉਹਨੇ ਕ੍ਰਿਕਟ ਨਹੀਂ ਦੇਖਣੀ। ਕ੍ਰਿਕਟ ਦੇਖਣ ਵਾਸਤੇ ਕੋਚਸ ਨੇ, ਕ੍ਰਿਕਟ ਦੇਖਣ ਵਾਸਤੇ ਦੂਸਰੇ ਮਾਹਿਰੀਨ ਨੇ, ਜਿਹੜਾ ਉਹ ਸਾਰੇ ਮਾਮਲਾਤ ਨੂੰ ਦੇਖਦਾ ਹੈ। ਅੱਛਾ ਹਾਸ਼ਮੀ ਸਾਹਿਬ, ਇਹ ਤੁਸੀਂ ਕੋਚਿਸ ਵਗੈਰਾ ਦੀ ਗੱਲ ਕੀਤੀ, ਅਸੀਂ ਵੇਖਿਆ ਕਿ ਇੱਕ ਵਰਲਡ ਕੱਪ ਹੋਇਆ ਸੀ ਵੈਸਟ ਇੰਡੀਜ਼ 'ਚ ਗਲਬ, ਤੇ ਉੱਥੇ ਬਾਬੂ ਉਮਰ ਜਿਹੜੇ ਸਨ, ਬੜੇ ਹਰਦਿਲ ਅਜ਼ੀਜ਼ ਕੋਚ ਸਨ ਪਾਕਿਸਤਾਨ ਦੇ, ਉਹ ਉਹਨਾਂ ਨੂੰ ਹਾਰਟ ਅਟੈਕ ਹੋਇਆ, ਉੱਥੇ ਉਹਨਾਂ ਦੀ ਮੌਤ ਹੋ ਗਈ। ਉਸ ਵਰਲਡ ਕੱਪ ਦੇ ਵਿੱਚ ਵੀ ਪਾਕਿਸਤਾਨ ਦੀ ਜਿਹੜੀ ਕਾਰਕਰਦਗੀ ਸੀ, ਇੰਤਹਾਈ ਸ਼ਰਮਿੰਦਗੀ ਸੀ। ਗਲਬਨ ਆਇਰਲੈਂਡ ਤੋਂ ਹਾਰਿਆ ਸੀ ਪਾਕਿਸਤਾਨ, ਤੇ ਉਹ ਉਹਨਾਂ ਨੂੰ ਬਰਦਾਸ਼ਤ ਨਾ ਹੋਈ ਉਹ ਹਾਰ। ਤੇ ਪਾਕਿਸਤਾਨ ਦੀ ਟੀਮ ਜਾਂ ਇੱਥੋਂ ਦੀ ਮੈਨੇਜਮੈਂਟ ਨੂੰ ਤਾਂ ਕੋਈ ਸ਼ਰਮ ਨਾ ਆਈ, ਤੇ ਜਿਹੜਾ ਉਹ ਕੋਚ ਸਾਡਾ ਨਾਲ ਵਬਸਤਾ ਸੀ ਉਹਨੂੰ ਇਹ ਸਦਮਾ ਹੋਇਆ। ਹੁਣ ਵੀ ਅਸੀਂ ਜਿਹੜੀ ਹਾਰ ਦਾ ਸ਼ਿਕਾਰ ਹੋਏ ਹਾਂ 2 ਮੈਚਾਂ ਦੇ ਵਿੱਚ, ਔਰ ਜਿਹੜੀ ਕਾਰਕਰਦਗੀ ਅਸੀਂ ਵਹਾਈ ਹੈ, ਪਾਕਿਸਤਾਨ ਦੀ ਇੰਤਜ਼ਾਮੀਆ, ਕੋਚ ਜਾਂ ਬਾਕੀ ਜਿਹੜੀ ਟੀਮ ਦਾ ਉਹ ਜੱਥਾ ਗਿਆ ਹੈ ਨਾਲ, ਉਹਨਾਂ 'ਚੋਂ ਤਾਂ ਕਿਸੇ ਨੂੰ ਇਹ ਖਿਆਲ ਨਹੀਂ ਆਇਆ। ਲੇਕਿਨ ਜਿਹੜੇ ਕੋਚ ਗੈਰੀ ਕ੍ਰਿਸਟਨ ਹੈਗੇ ਨੇ, ਉਹਨਾਂ ਨੇ ਕਿਹਾ ਕਿ ਮੈਂ ਇਸ ਹਾਲਤ ਦੇ ਵਿੱਚ ਟੀਮ ਦੀ ਕੋਚਿੰਗ ਜਾਰੀ ਨਹੀਂ ਰੱਖ ਸਕਦਾ। ਇਹਨੂੰ ਤੁਸੀਂ ਕੀ ਵੇਖਦੇ? ਇਹ ਸਿਰਫ ਇਹੋ ਹੀ ਗੱਲ ਹੈ ਜਾਂ ਕੋਈ ਹੋਰ ਗੱਲ ਵੀ ਹੈ? ਨਹੀਂ ਸਰ, ਜਿਹੜੀ ਤੁਸੀਂ ਗੱਲ ਕੀਤੀ ਜੀ ਨਾ, ਸਾਡੇ ਹੁਣ ਪ੍ਰੋਬਲਮ ਆ ਗਈ ਹੈ ਕਿ ਜਿਹੜੀ ਨਿਊਜ਼ ਹੈ ਨਾ, ਉਹ 2 ਜਗ੍ਹਾ ਤੇ ਜਾਂਦੀ ਹੈ।
ਇੱਕ ਨਿਊਜ਼ ਜਿਹੜੀ ਉਹ ਤੁਹਾਡੇ ਕੌਮੀ ਮੀਡੀਆ ਤੇ ਚੱਲਦੀ, ਇੱਕ ਨਿਊਜ਼ ਤੁਹਾਡੇ ਸੋਸ਼ਲ ਮੀਡੀਆ 'ਚ ਚੱਲਦੀ ਹੈ। ਤਾਂ ਸੋਸ਼ਲ ਮੀਡੀਆ 'ਚ 80% ਖਬਰਾਂ ਝੂਠ ਹੁੰਦੀਆਂ ਨੇ। ਗੈਰੀ ਕ੍ਰਿਸਟਨ ਨੇ ਐਸੀ ਕੋਈ ਗੱਲ ਨਹੀਂ ਕੀਤੀ। ਠੀਕ ਗੈਰੀ ਕ੍ਰਿਸਟਨ ਨੇ ਕੁਝ ਨਹੀਂ ਕਿਹਾ, ਸਿਰਫ ਨੇ ਇਹ ਕਿਹਾ ਕਿ ਡਿਸਅਪਾਇੰਟਡ ਲਾਸ, ਬਸ। ਇਸ ਤੋਂ ਇਲਾਵਾ ਉਹਨੇ ਬਾਕੀ 2-4 ਗੱਲਾਂ ਕੀਤੀਆਂ ਨੇ। ਐਸੀ ਕੋਈ ਗੱਲ ਨਹੀਂ ਹੈ, ਸਿਰਫ ਸਾਡੇ ਇਹ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਇਹੋ ਜਿਹੀ ਗੱਲਾਂ ਫੈਲਾਉਂਦੇ ਨੇ। ਬਾਬ ਉਲਮਰ ਦੀ ਗੱਲ ਕਰਦਾ ਹਾਂ, ਬਾਬ ਉਲਮਰ ਮਰ ਗਿਆ ਸੀ, ਉਹਨੇ ਖੁਦਕੁਸ਼ੀ ਕੀਤੀ ਸੀ, ਜਾਂ ਉਹਦੇ ਤੇ ਕਾਤਲਾਨਾ ਹਮਲਾ ਹੋਇਆ ਸੀ, ਜਾਂ ਉਹ ਵੈਸੇ ਹਾਰਟ ਅਟੈਕ ਨਾਲ ਮਰ ਗਿਆ। ਲੇਕਿਨ ਉਦੋਂ ਬਾਅਦ ਜਿਹੜੀ ਟੀਮ ਸੀ, ਉਸ ਤੋਂ ਬਾਅਦ ਅਸੀਂ 2009 ਦਾ ਵਰਲਡ ਕੱਪ ਵੀ ਜਿੱਤਿਆ, 2017 ਦੀ ਚੈਂਪੀਅਨਸ਼ਿਪ ਵੀ ਜਿੱਤੀ। ਉਸ ਤੋਂ ਬਾਅਦ 2021 ਦਾ ਵਰਲਡ ਕੱਪ 'ਚ ਅਸੀਂ ਸੈਮੀਫਾਈਨਲ ਖੇਲੇ, 2022 ਦੇ ਵਰਲਡ ਕੱਪ 'ਚ ਅਸੀਂ ਫਾਈਨਲ ਖੇਲੇ। ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੀ ਕਿ ਟੀਮ ਜਿਹੜੀ ਨਾ ਡਾਊਨਫਾਲ ਗਈ? ਨਹੀਂ, ਇਹ ਉਹਨਾਂ ਦਿਨਾਂ ਦੇ ਵਿੱਚ ਹੀ ਤਾਂ, ਉਸ ਤੋਂ ਥੋੜੇ ਦਿਨ ਜਾਂ ਸਾਲ ਬਾਅਦ ਹੀ ਮੇਰਾ ਪਾਕਿਸਤਾਨ ਦੇ ਪਲੇਅਰਾਂ ਨੂੰ ਪਾਬੰਦੀਆਂ ਲੱਗੀਆਂ ਸੀ ਨਾ, ਜੂਏ ਵਗੈਰਾ ਦੇ ਵਿੱਚ, ਔਰ ਜਿਹੜੇ ਉਹ ਵਾਲੇ ਸਕੈਂਡਲ ਆਏ ਸਨ, ਔਰ ਚੰਗੇ ਭਲੇ ਪਲੇਅਰ ਪਾਕਿਸਤਾਨ ਦੇ ਵੱਡੇ ਜਿਹੜੇ ਸੀ ਉਹ ਬਾਹਰ ਹੋ ਗਏ। ਪਾਕਿਸਤਾਨ ਨੂੰ ਬੜਾ ਲਾਸ ਹੋਇਆ। ਆਸਫ ਜਿਹਦੇ ਵਿੱਚ ਸੀ, ਸਲਮਾਨ ਬੱਟ ਸੀ, ਹੋਰ ਵੀ ਹਾਲੇ ਵਾਲੇ ਆਮਰ ਸੀ। ਤੇ ਇਹ ਵੀ ਤਾਂ ਉਸ ਤੋਂ ਥੋੜੀ ਦੇਰ ਬਾਅਦ ਦਾ ਹੀ ਮਾਮਲਾ ਹੈ ਨਾ। ਜੀ ਬਿਲਕੁਲ, ਉਹ ਮਾਮਲਾ ਜ਼ਰੂਰ ਹੋਇਆ ਸੀ, ਲੇਕਿਨ ਉਹ ਮਿਸ ਹੈਂਡਲਿੰਗ ਸੀ। ਉਸ ਮਾਮਲੇ ਦੀ ਅਗਰ ਜਾਣਕਾਰੀ ਕੱਢ ਦਿੱਤੀ ਜਾਂਦੀ ਨਾ, ਲੋਕਾਂ ਨੂੰ ਦੱਸ ਦਿੱਤਾ ਜਾਂਦਾ ਅਸਲ ਗੱਲ ਜਿਹੜੀ ਸੀ, ਫਿਰ ਤੁਹਾਨੂੰ ਸਮਝ ਆਉਂਦੀ ਕਿ ਕੌਣ ਉਹਦੇ 'ਚ ਇਨਵੋਲਵ ਸੀ। ਉਹਦੇ 'ਚ ਇੱਕ ਬੜਾ ਵੱਡਾ ਕਪਤਾਨ ਸੀ ਜਿਹਦੀ ਇਹ ਸਾਰੀ ਕਨਸਪੀਰੇਸੀ ਸੀ, ਔਰ ਉਸ ਕਪਤਾਨ ਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੋਇਆ ਸੀ। ਹਾਲਾਂ ਇੰਨੀ ਗੱਲ ਨਹੀਂ ਸੀਗੀ, ਅਗਰ ਇੰਨੀ ਗੱਲ ਹੁੰਦੀ ਤਾਂ ਤੁਸੀਂ ਉਹਨਾਂ ਨੂੰ ਸਜ਼ਾਵਾਂ ਦੇਤੀਆਂ ਸੀ, ਫਾਰਗ ਕਰ ਦਿੰਦੇ। ਲੇਕਿਨ ਉਹਨਾਂ ਦੀ ਜਿਹੜੀ ਫਰਾਗਤ ਹੈ ਉਹ ਬਾਅਦ 'ਚ ਨਹੀਂ ਹੋਈ। ਬਾਅਦ 'ਚ ਤੁਸੀਂ ਆਮਰ ਨੂੰ ਖਿਲਾ ਲਿਆ ਔਰ ਸਲਮਾਨ ਬੱਟ ਨੂੰ ਨਹੀਂ ਖਿਲਾਇਆ। ਅੱਜ ਮੈਂ ਸਮਝਦਾ ਕਿ ਪਾਕਿਸਤਾਨ ਦੀ ਟੀਮ ਨੂੰ ਅਗਰ ਠੀਕ ਕਰਨਾ ਜੇ ਤੇ ਸਲਮਾਨ ਬੱਟ ਦੀਆਂ ਜਿਹੜੀਆਂ ਗੱਲਾਂ ਨੇ ਉੱਤੇ ਕੰਮ ਕਰੋ ਤੇ ਗੌਰ ਕਰੋ। ਅੱਛਾ, ਇਹ ਤੁਸੀਂ ਹੁਣ ਕੀ ਵੇਖਦੇ ਜੇ ਕਿ ਅੱਗੇ ਜਿਹੜਾ ਪਾਕਿਸਤਾਨ ਟੀਮ ਦਾ ਮੌਜੂਦਾ ਸਿਲੈਕਸ਼ਨ ਦਾ ਮਿਆਰ ਹੈ, ਅਸੀਂ ਲੈ ਰਹੇ ਹਾਂ T20 ਦੇ ਮੈਚਾਂ ਦੇ ਵਿੱਚੋਂ ਪਲੇਅਰ, ਔਰ ਉਹਦੀ ਵਜ੍ਹਾ ਇਹ ਬਣਦੀ ਉਹ 3-4 ਓਵਰਾਂ ਦਾ ਬੋਲਰ ਹੁੰਦਾ ਵੇ, ਉਹ ਹਫ ਜਾਂਦਾ ਆ ਕੇ ਇੰਟਰਨੈਸ਼ਨਲ ਮੈਚਾਂ ਦੇ ਵਿੱਚ 2-3 ਦੇ ਵਿੱਚ। ਤੇ ਅਗਰ 4-5 ਮੈਚ ਦਿਨ ਦੀ ਪ੍ਰੈਕਟਿਸ ਵਾਲੇ ਮੈਚਾਂ 'ਚੋਂ ਲਈ ਹੋਵੇ ਟੀਮ, ਤੇ ਫੇਰ ਤਾਂ ਇਸ ਤਰ੍ਹਾਂ ਨਾ ਹੋਵੇ। ਨਹੀਂ ਸਰ, ਉਹ ਇਹ ਹੁੰਦਾ ਹੈ ਕਿ ਫਾਰਮੈਟ ਡਿਫਰੈਂਟ ਹੈ ਨਾ। T20 ਦੀ ਫਾਰਮੈਟ ਦੀ ਟੀਮ ਡਿਫਰੈਂਟ ਹੋਏਗੀ, ਵਨਡੇ ਦੀ ਡਿਫਰੈਂਟ ਹੋਏਗੀ, ਟੈਸਟ ਦੀ ਬਿਲਕੁਲ ਡਿਫਰੈਂਟ ਹੋਏਗੀ। ਲੇਕਿਨ ਤੁਹਾਡੀ ਗੱਲ ਇਹ ਸਹੀ ਹੈ ਕਿ ਆਮਰ ਨੇ ਉਸ ਦਿਨ ਜਿਹੜਾ ਆਖਰੀ ਓਵਰ ਕੀਤਾ ਸੀ ਅਮਰੀਕਾ ਦੇ ਖਿਲਾਫ, ਉਹ ਬੜਾ ਸ਼ਾਨਦਾਰ ਓਵਰ ਕੀਤਾ ਸੀ, ਲੇਕਿਨ ਸੁਪਰ ਓਵਰ ਜਾ ਕੇ ਉਹ ਸਾਰਾ ਕੁਛ ਹੀ ਉਹਨੇ ਖਵਾ ਕੇ ਰੱਖ ਦਿੱਤਾ। ਉਹ ਹੰਬ ਗਿਆ ਸੀ, ਉਹਦੇ 'ਚ ਇੰਨੀ ਕੈਪੈਸਿਟੀ ਨਹੀਂ ਸੀ ਕਿ 5ਵਾਂ ਓਵਰ ਕਰ ਸਕਦਾ। ਤੇ ਲੇਕਿਨ ਜਿਹੜੀ ਤੁਸੀਂ ਚੇਂਜ ਦੀ ਗੱਲ ਕਰ ਰਹੇ ਜੇ ਨਾ, ਉਹ ਇਹ ਵੇ ਕਿ ਤੁਸੀਂ ਸਾਡੀ ਟੀਮ 'ਚ ਬਹੁਤ ਸਾਰੀ ਚੇਂਜਸ ਆਉਣੀਆਂ ਨੇ। 80% ਖਿਲਾੜੀ ਵਿੱਚੋਂ ਨਿਕਲ ਜਾਣਗੇ, ਤਰੀਕਾਕਾਰ ਬਦਲ ਜਾਏਗਾ, ਡੋਮੈਸਟਿਕ ਕ੍ਰਿਕਟ ਵੀ ਬਿਹਤਰ ਹੋਏਗੀ ਔਰ ਅੱਛੇ ਹਾਲਾਤ ਆਉਣਗੇ ਇਨਸ਼ਾਅੱਲਾ ਤਾਲਾ। ਲਓ ਜੀ, ਹਾਸ਼ਮੀ ਸਾਹਿਬ ਨੂੰ ਤਾਂ ਬੜੀ ਉਮੀਦ ਜੇ ਕਿ ਪਾਕਿਸਤਾਨ ਕ੍ਰਿਕਟ ਦੇ ਉੱਤੇ ਚੰਗੇ ਹਾਲਾਤ ਆਉਣ ਵਾਲੇ ਨੇ ਜਾਂ ਆ ਸਕਦੇ ਨੇ, ਤੇ ਅਸੀਂ ਵੀ ਦੁਆ ਕਰਨੇ ਆ। ਜ਼ਾਹਿਰ ਹੈ ਇੱਕ ਸਪੋਰਟਸ ਦੇ ਨਾਲ ਮੁਹੱਬਤ ਕਰਨ ਵਾਲਾ ਹਰ ਪਾਕਿਸਤਾਨੀ ਜਿਹੜਾ ਚਾਹੁੰਦਾ ਹੈ ਕਿ ਐਸਾ ਖੇਡ ਜਿਹਨੇ ਪੂਰੀ ਦੁਨੀਆ ਵਿੱਚ ਪਾਕਿਸਤਾਨ ਨੂੰ ਇੱਜ਼ਤ ਦਵਾਈ ਹੈ, ਉਹਦੀ ਇੱਜ਼ਤ ਵੀ ਵਾਪਸ ਆਵੇ। ਤੇ ਜਿੰਦੇ ਰਹੋ, ਵਸਦੇ ਰਹੋ, ਤੇ ਸਾਡਾ ਵਲੌਗ ਵੇਖਦੇ ਰਹੋ, ਔਰ ਜਨਾਬ ਸਬਸਕ੍ਰਾਈਬ ਵੀ ਕਰਦੇ ਰਹੋ।